ਹੈਲੋ ਸਟੂਡੈਂਟਸ, ਮੈਂ ਗੁਰਮੀਤ ਸਿੰਘ ਤੁਹਾਡੇ ਆਪਣੇ ਚੈਨਲ 24/7 ਐਜੂਕੇਸ਼ਨ ਹੱਬ 'ਤੇ ਸਵਾਗਤ ਕਰਦਾ ਹਾਂ। ਸਟੂਡੈਂਟਸ, ਅੱਜ ਦੀ ਕਲਾਸ ਦੇ ਵਿੱਚ ਅਸੀਂ ਜੋ ਹਿਸਟਰੀ ਦਾ ਇੰਪੋਰਟੈਂਟ ਪਾਰਟ ਹੈ ਮਾਡਰਨ ਇੰਡੀਆ, ਠੀਕ ਹੈ ਜੀ, ਮਾਡਰਨ ਹਿਸਟਰੀ, ਉਸ ਦੇ ਜੋ ਇੰਪੋਰਟੈਂਟ MCQ ਕਰਾਂਗੇ। ਤਾਂ ਅੱਜ ਕਲਾਸ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ, ਠੀਕ ਹੈ ਜੀ, INC ਇੰਡੀਅਨ ਨੈਸ਼ਨਲ ਕਾਂਗਰਸ ਅਤੇ ਹੋਰ ਜਿੰਨੇ ਵੀ ਅੰਦੋਲਨ ਹੋਏ, ਠੀਕ ਹੈ ਜੀ, ਮੂਵਮੈਂਟਸ ਹੋਈਆਂ, ਉਹਨਾਂ ਬਾਰੇ ਅਸੀਂ ਜੋ ਉਹਨਾਂ ਦੇ ਇੰਪੋਰਟੈਂਟ MCQ ਨੇ ਉਹ ਡਿਸਕਸ ਕਰਾਂਗੇ, ਠੀਕ ਹੈ। ਤਾਂ ਅੱਜ ਸਾਡਾ ਇਹ 14th ਲੈਕਚਰ ਹੈ ਅਤੇ ਅਸੀਂ ਪਹਿਲਾ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਜੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ? ਇਸ ਦੇ ਆਪਸ਼ਨ ਨੇ ਮੁਹੰਮਦ ਅਲੀ ਜਿੰਨਾ, ਸ਼ੌਕਤ ਅਲੀ, ਮੁਹੰਮਦ ਅਲੀ ਜਾਂ ਸਈਦ ਅਹਿਮਦ ਖਾਨ, ਠੀਕ ਹੈ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 4, ਸਈਦ ਅਹਿਮਦ ਖਾਨ, ਠੀਕ ਹੈ। ਇਹ ਇਸ ਦਾ ਰਾਈਟ ਆਨਸਰ ਹੈ। ਜੋ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸੀ, ਠੀਕ ਹੈ ਜੀ, ਇਸ ਦੀ ਜੋ ਸਥਾਪਨਾ ਹੋਈ ਕਦੋਂ ਹੋਈ? 1875 ਦੇ ਵਿੱਚ, ਠੀਕ ਹੈ। ਇਸ ਤੋਂ ਪਹਿਲਾਂ ਇਸ ਦਾ ਨਾਮ ਕੀ ਸੀ? ਐਂਗਲੋ ਓਰੀਐਂਟਡ ਕਾਲਜ ਆਫ ਅਲੀਗੜ੍ਹ, ਠੀਕ ਹੈ। ਜੇ ਸਾਡੇ ਕੋਲ ਪ੍ਰਸ਼ਨ ਬਣਦਾ ਕਿ ਐਂਗਲੋ ਓਰੀਐਂਟਡ ਕਾਲਜ, ਇਸ ਦੀ ਸਥਾਪਨਾ ਕਿਸ ਨੇ ਕੀਤੀ? ਤਾਂ ਆਪਾਂ ਇਸ ਦਾ ਆਨਸਰ ਕਰਾਂਗੇ ਸਈਦ ਅਹਿਮਦ ਖਾਨ, ਠੀਕ ਹੈ। ਕਿਸੇ ਵੀ ਤਰ੍ਹਾਂ ਦੇ ਨਾਲ ਸਾਡੇ ਕੋਲ ਇਹ ਪ੍ਰਸ਼ਨ ਆ ਸਕਦਾ। ਅਤੇ ਜਿਵੇਂ ਅਸੀਂ ਪਿਛਲੀ ਕਲਾਸ ਦੇ ਵਿੱਚ ਡਿਸਕਸ ਕੀਤਾ ਸੀ, ਬਨਾਰਸ ਹਿੰਦੂ ਯੂਨੀਵਰਸਿਟੀ, ਉਸ ਦੀ ਸਥਾਪਨਾ ਕਿਸ ਨੇ ਕੀਤੀ? ਮਦਨ ਮੋਹਨ ਮਾਲਵੀ, ਠੀਕ ਹੈ ਜੀ, ਮਦਨ ਮੋਹਨ ਮਾਲਵੀ, ਉਹਨਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਇਹ ਜੋ ਇੰਪੋਰਟੈਂਟ ਪ੍ਰਸ਼ਨ ਨੇ, ਠੀਕ ਹੈ। ਤਾਂ ਨੈਕਸਟ ਪ੍ਰਸ਼ਨ 'ਤੇ ਚੱਲਦੇ ਹਾਂ। ਆਧੁਨਿਕ ਭਾਰਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਠੀਕ ਹੈ ਜੀ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸਵਾਮੀ ਵਿਵੇਕਾਨੰਦ ਜਾਂ ਰਾਜਾ ਰਾਮ ਮੋਹਨ ਰਾਏ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 4, ਰਾਜਾ ਰਾਮ ਮੋਹਨ ਰਾਏ, ਠੀਕ ਹੈ। ਇਹਨਾਂ ਨੂੰ ਆਧੁਨਿਕ ਭਾਰਤ ਦਾ ਪਿਤਾਮਾ ਕਿਹਾ ਜਾਂਦਾ ਹੈ। ਇਹਨਾਂ ਨੇ ਸਭ ਤੋਂ ਪਹਿਲਾਂ ਜੋ ਆਧੁਨਿਕ ਭਾਰਤ, ਜੋ ਔਰਤਾਂ ਦੇ ਹੱਕਾਂ ਦੀਆਂ ਗੱਲਾਂ ਕੀਤੀਆਂ 1828 ਵਿੱਚ। ਇਹਨਾਂ ਦੇ ਯਤਨਾਂ ਦੇ ਨਾਲ ਸਤੀ ਪ੍ਰਥਾ ਉੱਪਰ ਰੋਕ ਲੱਗੀ, ਠੀਕ ਹੈ ਜੀ, ਸਤੀ ਪ੍ਰਥਾ ਉੱਪਰ। ਅਤੇ ਰੋਕ ਕਿਸ ਨੇ ਲਗਾਈ? ਲਾਰਡ ਵਿਲੀਅਮ ਬੈਂਟਿਕ ਨੇ। ਲਾਰਡ ਵਿਲੀਅਮ ਬੈਂਟਿਕ ਨੇ ਸਤੀ ਪ੍ਰਥਾ ਉੱਪਰ ਰੋਕ ਲਗਾਈ। ਕਦੋਂ ਲਗਾਈ? 1828 ਦੇ ਵਿੱਚ, ਠੀਕ ਹੈ। ਹੋਰ ਵੀ ਇਹਨਾਂ ਨੇ ਬਹੁਤ ਜ਼ਿਆਦਾ ਵਧੀਆ ਸਮਾਜ ਸੁਧਾਰਕ ਦੇ ਕੰਮ ਕੀਤੇ, ਠੀਕ ਹੈ ਜੀ। ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ, ਠੀਕ ਹੈ। ਰਾਜਾ ਰਾਮ ਮੋਹਨ ਰਾਏ, ਇਹਨਾਂ ਨੇ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ। ਕੂਕਾ ਅੰਦੋਲਨ ਦਾ ਆਰੰਭ ਕਿਸ ਦੇ ਦੁਆਰਾ ਕੀਤਾ ਗਿਆ? ਲਾਲਾ ਹਰਦਿਆਲ, ਬਾਬਾ ਰਾਮ ਸਿੰਘ, ਬਾਲ ਗੰਗਾਧਰ ਤਿਲਕ ਜਾਂ ਭਗਤ ਜਵਾਹਰ ਮੱਲ, ਠੀਕ ਹੈ। ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 2, ਬਾਬਾ ਰਾਮ ਸਿੰਘ। ਇਹਨਾਂ ਦੁਆਰਾ ਕੂਕਾ ਅੰਦੋਲਨ ਦਾ ਆਰੰਭ ਹੋਇਆ, ਠੀਕ ਹੈ। ਕਿੱਥੇ ਹੋਇਆ? ਪੰਜਾਬ ਦੇ ਵਿੱਚ ਹੋਇਆ। ਭਾਰਤੀ ਕਿਸਾਨ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? ਠੀਕ ਹੈ, ਭਾਰਤੀ ਕਿਸਾਨ ਸਭਾ ਦੀ ਸਥਾਪਨਾ ਕੀਤੀ ਗਈ ਜੀ ਆਪਸ਼ਨ ਨੰਬਰ 4, 1936 ਵਿੱਚ ਕੀਤੀ ਗਈ, ਠੀਕ ਹੈ। ਕਦੋਂ ਕੀਤੀ ਗਈ? 1936 ਵਿੱਚ। ਐਗਜ਼ੈਕਟ ਡੇਟ ਆਉਂਦੀ ਹੈ ਤਾਂ ਆਪਾਂ ਲਿਖਣਾ 11 ਅਪ੍ਰੈਲ 1936, ਠੀਕ ਹੈ ਜੀ। 11 ਅਪ੍ਰੈਲ 1936 ਨੂੰ ਕੀਤੀ ਗਈ। ਕਿਸ ਦੇ ਦੁਆਰਾ? ਸਵਾਮੀ ਸਹਿਜਾਨੰਦ, ਇਹਨਾਂ ਦੇ ਦੁਆਰਾ ਕੀਤੀ ਗਈ, ਠੀਕ ਹੈ। ਅਤੇ ਜੋ ਕਿਸਾਨ ਸਭਾ, ਇਸ ਦਾ ਜੋ ਆਰੰਭ ਹੋਇਆ, ਠੀਕ ਹੈ, ਇਸ ਸਭਾ ਦਾ ਕਿੱਥੋਂ ਹੋਇਆ? ਬਿਹਾਰ ਦੇ ਵਿੱਚ ਹੋਇਆ। ਕਿੱਥੇ ਹੋਇਆ ਜੀ? ਬਿਹਾਰ। ਬਿਹਾਰ ਦੀ ਕੈਪੀਟਲ ਹੈ ਸਾਨੂੰ ਪਤਾ ਪਟਨਾ। ਇਹ ਸਾਰੇ ਫੈਕਟ ਨੇ, ਅਸੀਂ ਧਿਆਨ ਵਿੱਚ ਰੱਖਣੇ ਨੇ, ਠੀਕ ਹੈ। ਅਤੇ ਜੋ ਇਹ ਸਭਾ ਬਣੀ, ਠੀਕ ਹੈ, ਇਸ ਦੀ ਜੋ ਪਹਿਲੀ ਮੀਟਿੰਗ ਹੋਈ ਉਸ ਦੀ ਪ੍ਰਧਾਨਗੀ ਕਿਸ ਨੇ ਕੀਤੀ? ਸਵਾਮੀ ਸਹਿਜਾਨੰਦ, ਇਹਨਾਂ ਨੇ ਹੀ ਉਸ ਮੀਟਿੰਗ ਦੀ ਪ੍ਰਧਾਨਗੀ ਕੀਤੀ, ਠੀਕ ਹੈ। ਇਸ ਤਰ੍ਹਾਂ ਵੀ ਸਾਡੇ ਕੋਲ ਕੁਐਸਚਨ ਦੇਖਣ ਨੂੰ ਮਿਲ ਜਾਂਦੇ ਨੇ। ਪਹਿਲਾ ਭਾਰਤੀ ਫੈਕਟਰੀ ਐਕਟ ਕਿਸ ਦੇ ਦੁਆਰਾ ਪਾਸ ਕੀਤਾ ਗਿਆ? ਪਹਿਲਾ ਭਾਰਤੀ ਫੈਕਟਰੀ ਐਕਟ ਕਿਸ ਦੇ ਦੁਆਰਾ ਪਾਸ ਕੀਤਾ ਗਿਆ? ਪ੍ਰਸ਼ਨ ਹੈ ਜੀ, ਆਪਸ਼ਨ ਨੇ ਲਾਰਡ ਡਲਹੌਜ਼ੀ, ਲਾਰਡ ਵਿਲੀਅਮ ਬੈਂਟਿਕ, ਲਾਰਡ ਕਾਰਨਵਾਲਿਸ ਜਾਂ ਲਾਰਡ ਰਿਪਨ।
ਤੇ ਇਸ ਦਾ ਜੋ ਆਨਸਰ ਹੈ ਉਹ ਹੈ ਆਪਸ਼ਨ ਨੰਬਰ 4 ਲਾਰਡ ਰਿਪਨ। ਠੀਕ ਹੈ, ਇਹਨਾਂ ਦੇ ਦੁਆਰਾ ਭਾਰਤੀ ਫੈਕਟਰੀ ਐਕਟ ਪਾਸ ਕੀਤਾ ਗਿਆ ਕਦੋਂ? 1881 ਦੇ ਵਿੱਚ। ਇਹ ਸਮਾਂ ਯਾਦ ਰੱਖਣਾ, 1881 ਦੇ ਵਿੱਚ ਪਾਸ ਕੀਤਾ ਗਿਆ। ਤੇ ਜਿਵੇਂ ਆਪਾਂ ਨੂੰ ਪਤਾ ਲਾਰਡ ਡਲਹੌਜ਼ੀ, ਇਹਨਾਂ ਦਾ ਕਾਰਜਕਾਲ ਸੀ 1848 ਤੋਂ 56। ਠੀਕ ਹੈ, ਇਹਨਾਂ ਦੇ ਸਮੇਂ ਹੀ ਜੋ ਦੂਸਰਾ ਐਂਗਲੋ ਸਿੱਖ ਯੁੱਧ ਹੋਇਆ ਉਹ ਹੋਇਆ। ਠੀਕ ਹੈ ਜੀ। ਤੇ ਜੋ ਸਾਡੇ ਕੋਲ ਆਪਸ਼ਨ ਨੰਬਰ 2 ਹੈ ਜੀ ਲਾਰਡ ਵਿਲੀਅਮ ਬੈਂਟਿਕ। ਠੀਕ ਹੈ, ਇਹਨਾਂ ਨੇ ਸਤੀ ਪ੍ਰਥਾ ਪਰ ਰੋਕ ਲਗਾਈ। ਇਹਨਾਂ ਦਾ ਕਾਰਜਕਾਲ 1828 1835। ਠੀਕ ਹੈ ਜੀ। ਲਾਰਡ ਕਾਰਨਵਾਲਿਸ, ਇਹਨਾਂ ਨੇ ਕੀ ਕੀਤਾ? ਪਰਮਾਨੈਂਟ ਸੈਟਲਮੈਂਟ ਆਫ ਬੰਗਾਲ। ਠੀਕ ਹੈ, ਪਰਮਾਨੈਂਟ ਸੈਟਲਮੈਂਟ ਆਫ ਬੰਗਾਲ ਕਿਸ ਨੇ ਕੀਤੀ? ਲਾਰਡ ਕਾਰਨਵਾਲਿਸ ਨੇ ਕੀਤੀ। ਠੀਕ ਹੈ। ਅਕਾਲੀ ਅੰਦੋਲਨ ਦੀ ਸ਼ੁਰੂਆਤ ਕਦੋਂ ਹੋਈ? 1921 1911 1922 ਜਾਂ 1910। ਠੀਕ ਹੈ, ਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਨੰਬਰ 1 1921। ਠੀਕ ਹੈ। ਅਕਾਲੀ ਅੰਦੋਲਨ ਕਿਸ ਜੋ ਇਸ ਦਾ ਆਰੰਭ ਕੀਤਾ ਗਿਆ, ਕਿਉਂ ਕੀਤਾ ਗਿਆ? ਗੁਰਦੁਆਰਾ ਸਾਹਿਬ ਜੋ ਸਨ ਉਹਨਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੇ ਲਈ। ਠੀਕ ਹੈ ਜੀ, ਮਹੰਤਾਂ ਦੇ ਅੰਡਰ ਚੱਲਦੇ ਸਨ ਉਸ ਟਾਈਮ ਗੁਰਦੁਆਰਾ ਸਾਹਿਬ, ਉਹਨਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਅਕਾਲੀ ਅੰਦੋਲਨ ਦਾ ਆਰੰਭ ਕੀਤਾ ਗਿਆ। ਕਦੋਂ? 1921 ਦੇ ਵਿੱਚ। ਠੀਕ ਹੈ ਜੀ। ਤੇ ਉਸ ਤੋਂ ਬਾਅਦ 1925 ਦੇ ਵਿੱਚ ਸਿੱਖ ਗੁਰਦੁਆਰਾ ਐਕਟ ਪਾਸ ਹੋਇਆ। ਠੀਕ ਹੈ, ਉਸ ਦੇ ਨਾਲ ਇਸ ਅੰਦੋਲਨ ਦਾ ਅੰਤ ਹੋਇਆ। ਠੀਕ ਹੈ ਜੀ, ਇਸ ਅੰਦੋਲਨ ਦੀ ਸਮਾਪਤੀ ਹੋਈ। ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ? ਮਹਾਤਮਾ ਗਾਂਧੀ, ਏ.ਓ. ਹਿਊਮ, ਜਵਾਹਰ ਲਾਲ ਨਹਿਰੂ ਜਾਂ ਸਰੋਜਨੀ ਨਾਇਡੂ। ਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 2 ਏ.ਓ. ਹਿਊਮ। ਠੀਕ ਹੈ, ਇਹਨਾਂ ਦਾ ਪੂਰਾ ਨਾਮ ਹੈ ਐਲਨ ਓਕਟੇਵੀਅਨ ਹਿਊਮ। ਠੀਕ ਹੈ ਜੀ, ਐਲਨ ਓਕਟੇਵੀਅਨ ਹਿਊਮ। ਇਹਨਾਂ ਦੇ ਦੁਆਰਾ ਕਾਂਗਰਸ ਦੀ ਸਥਾਪਨਾ ਕੀਤੀ ਗਈ। ਕਦੋਂ ਕੀਤੀ ਗਈ? 28 ਦਸੰਬਰ 1825। 1885। ਠੀਕ ਹੈ ਜੀ, 28 ਦਸੰਬਰ 1885 ਦੇ ਵਿੱਚ ਕੀਤੀ ਗਈ। ਤੇ ਜੋ ਇਸ ਦੀ ਪਹਿਲੀ ਮੀਟਿੰਗ ਹੋਈ ਕਿੱਥੇ ਹੋਈ? ਬੰਬੀ ਵਿੱਚ ਹੋਈ। ਠੀਕ ਹੈ, ਇਹ ਸਾਰੇ ਫੈਕਟ ਨੇ। ਨੈਕਸਟ ਪ੍ਰਸ਼ਨ ਹੈ ਜੀ ਨੈਸ਼ਨਲ ਕਾਂਗਰਸ ਦੀ ਦੂਸਰੀ ਮੀਟਿੰਗ ਦੀ ਪ੍ਰਧਾਨਗੀ ਕਿਸ ਦੇ ਦੁਆਰਾ ਕੀਤੀ ਗਈ? ਮਹਾਤਮਾ ਗਾਂਧੀ, ਬਾਲ ਗੰਗਾਧਰ ਤਿਲਕ, ਦਾਦਾ ਭਾਈ ਨਰੋਜੀ ਜਾਂ ਸੁਰਿੰਦਰ ਨਾਥ ਬੈਨਰਜੀ। ਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 3 ਦਾਦਾ ਭਾਈ ਨਰੋਜੀ। ਠੀਕ ਹੈ, ਦਾਦਾ ਭਾਈ ਨਰੋਜੀ ਨੇ ਕਾਂਗਰਸ ਦੀ ਜੋ ਦੂਸਰੀ ਮੀਟਿੰਗ ਉਸ ਦੀ ਪ੍ਰਧਾਨਗੀ ਕੀਤੀ। ਠੀਕ ਹੈ, ਇਹਨਾਂ ਨੂੰ ਗ੍ਰੈਂਡ ਓਲਡ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਠੀਕ ਹੈ, ਗ੍ਰੈਂਡ ਓਲਡ ਮੈਨ ਆਫ ਇੰਡੀਆ। ਫਸਟ ਪ੍ਰੈਜ਼ੀਡੈਂਟ ਕੌਣ ਸਨ? ਉਮੇਸ਼ ਚੰਦਰ ਬੈਨਰਜੀ। ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਿਸ ਨੇ ਕੀਤੀ? ਉਮੇਸ਼ ਚੰਦਰ ਬੈਨਰਜੀ ਨੇ ਕੀਤੀ। ਦੂਸਰੀ ਦੀ ਕਿਸ ਨੇ ਕੀਤੀ? ਦਾਦਾ ਭਾਈ ਨਰੋਜੀ ਨੇ ਕੀਤੀ। ਠੀਕ ਹੈ, ਕਾਂਗਰਸ ਕਦੋਂ ਬਣੀ? 1885 ਦੇ ਵਿੱਚ। ਭਾਰਤੀ ਐਸੋਸੀਏਸ਼ਨ ਦੀ ਸਥਾਪਨਾ ਕਿਸ ਨੇ ਕੀਤੀ? ਸੁਰਿੰਦਰ ਨਾਥ ਬੈਨਰਜੀ, ਦਾਦਾ ਭਾਈ ਨਰੋਜੀ, ਬਾਲ ਗੰਗਾਧਰ ਤਿਲਕ ਜਾਂ ਮਹਾਤਮਾ ਗਾਂਧੀ। ਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਸੁਰਿੰਦਰ ਨਾਥ ਬੈਨਰਜੀ। ਠੀਕ ਹੈ, ਭਾਰਤੀ ਐਸੋਸੀਏਸ਼ਨ ਦੀ ਸਥਾਪਨਾ ਕਿਸ ਨੇ ਕੀਤੀ? ਸੁਰਿੰਦਰ ਨਾਥ ਬੈਨਰਜੀ ਨੇ। ਕਦੋਂ ਕੀਤੀ? 1876 ਦੇ ਵਿੱਚ। ਠੀਕ ਹੈ ਜੀ, ਤੇ ਇਸ ਤੋਂ ਬਾਅਦ ਸਮਾਂ ਪੈਣ ਦੇ ਨਾਲ ਭਾਰਤੀ ਐਸੋਸੀਏਸ਼ਨ ਮਰਜ ਹੋਈ ਕਿਸ ਦੇ ਵਿੱਚ? ਕਾਂਗਰਸ ਦੇ ਵਿੱਚ। ਕਾਂਗਰਸ ਨਾਲ ਇਹਨਾਂ ਦਾ ਕੀ ਹੋਇਆ? ਗਠਬੰਧਨ ਹੋਇਆ। ਠੀਕ ਹੈ ਜੀ, ਸਾਰੇ ਇੰਪੋਰਟੈਂਟ ਪ੍ਰਸ਼ਨ ਨੇ, ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਆਏ ਹੋਏ ਨੇ। ਠੀਕ ਹੈ, ਸਾਰਿਆਂ ਨੂੰ ਤੁਸੀਂ ਯਾਦ ਕਰਨਾ ਅਤੇ ਜੋ ਇਨਫੋਰਮੇਸ਼ਨ ਐਡੀਸ਼ਨਲ ਇਨਫੋਰਮੇਸ਼ਨ ਹੈ ਉਸ ਨੂੰ ਨੋਟ ਕਰਦੇ ਜਾਣਾ ਹੈ। ਠੀਕ ਹੈ, ਨੈਸ਼ਨਲ ਕਾਂਗਰਸ ਦਾ ਪਹਿਲਾ ਮੁਸਲਿਮ ਪ੍ਰਧਾਨ ਕੌਣ ਸੀ? ਅਬੁਲ ਕਲਾਮ ਆਜ਼ਾਦ, ਬਦਰੁਦੀਨ ਤਾਇਬ, ਰਫੀ ਅਹਿਮਦ ਜਾਂ ਸੈਯਦ ਅਹਿਮਦ ਸ਼ਾਹ। ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ
ਆਪਸ਼ਨ ਨੰਬਰ 2 ਬਦਰੁਦੀਨ ਤਾਇਬ। ਠੀਕ ਹੈ, ਕਾਂਗਰਸ ਦੇ ਪਹਿਲੇ ਮੁਸਲਿਮ ਪ੍ਰਧਾਨ ਸਨ ਅਤੇ ਜੋ ਇਸਦੇ ਪਹਿਲੇ ਪ੍ਰਧਾਨ ਸਨ ਉਹ ਸਨ ਭੂਮੇਸ਼ ਚੰਦਰ ਬੈਨਰਜੀ। ठीक है, किसने बनाई? ए.ओ. ह्यूम। कांग्रेस किसने बनाई? ए.ओ. ह्यूम ने। पहले प्रधान भूमेश चंद्र बैनर्जी, दूसरे सन दादा भाई नरोजी। ठीक है जी, तीसरे सन बदरुद्दीन तायब जो कि इसके पहले मुस्लिम प्रधान भी सन। ठीक है जी, आई होप ਤੁਹਾਨੂੰ ਸਾਰੇ जो फैक्ट ने ਉਹਨਾਂ ਦੀ समझ आई ਹੋਵੇਗੀ। ਤਾਂ जो नैक्सट प्रश्न है वो है आनंद मठ की रचना किस भारतीय विद्वान ने की? सुरेंद्रनाथ बैनर्जी, रविंद्रनाथ टैगोर, स्वामी दयानंद ਜਾਂ ਬੰਕਿਮ ਚੰਦਰ ਚੈਟਰਜੀ। ਆਨੰਦ ਮੱਠ ਦੀ ਜੋ ਰਚਨਾ ਕੀਤੀ ਉਹ ਕੀਤੀ ਬੰਕਿਮ ਚੰਦਰ ਚੈਟਰਜੀ ਨੇ। ਠੀਕ ਹੈ ਜੀ, ਬੰਗਾਲੀ ਭਾਸ਼ਾ ਦੇ ਵਿੱਚ। ਅਤੇ ਜੋ ਇਸ ਦਾ ਕਈ ਵਾਰੀ ਐਗਜ਼ਾਮ ਦੇ ਵਿੱਚ ਥੀਮ ਪੁੱਛਿਆ ਜਾਂਦਾ। ਠੀਕ ਹੈ, ਵੀ ਆਨੰਦ ਮੱਠ ਦਾ ਜੋ ਲਿਖਿਆ ਗਿਆ ਨਾਵਲ ਇਹ ਕੀ ਸੀ? ਇੱਕ ਨਾਵਲ ਸੀ। ਇਸ ਦਾ ਥੀਮ ਕੀ ਸੀ? ਤਾਂ ਉਹ ਸੀ ਸੰਨਿਆਸੀ ਵਿਦਰੋਹ। ਠੀਕ ਹੈ ਜੀ, ਸੰਨਿਆਸੀ ਵਿਦਰੋਹ ਇਸ ਦਾ ਕੀ ਸੀ? ਥੀਮ ਸੀ ਇਸ ਨਾਵਲ ਦਾ। ਠੀਕ ਹੈ, ਬਾਕੀ ਰਵਿੰਦਰਨਾਥ ਟੈਗੋਰ ਇਹਨਾਂ ਬਾਰੇ ਆਪਾਂ ਨੂੰ ਪਤਾ, ਇਹਨਾਂ ਨੇ ਗੀਤਾਂਜਲੀ ਬੁੱਕ ਲਿਖੀ। ਠੀਕ ਹੈ ਜੀ, ਜਿਸ ਦੇ ਲਈ ਇਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ। ਅਤੇ ਗੋਰਾ ਲਿਖੀ, ਕਾਬਲੀਵਾਲਾ ਇਹਨਾਂ ਦੀ ਜੋ ਫੇਮਸ ਇੱਕ ਸਟੋਰੀ ਹੈ ਕਾਬਲੀਵਾਲਾ ਉਹ ਲਿਖੀ। ਠੀਕ ਹੈ, ਸਵਾਮੀ ਦਇਆਨੰਦ ਇਹਨਾਂ ਦਾ ਜੋ ਨਾਮ ਸੀ ਮੂਲ ਸ਼ੰਕਰ ਸੀ। ਠੀਕ ਹੈ, ਮੂਲ ਸ਼ੰਕਰ। ਮੁਸਲਿਮ ਲੀਗ ਦੀ ਸਥਾਪਨਾ ਕਦੋਂ ਕੀਤੀ ਗਈ? 1902, 1905, 1906 ਜਾਂ 1912। ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਨੰਬਰ 3 1906। 1906 ਵਿੱਚ ਮੁਸਲਿਮ ਲੀਗ ਦੀ ਸਥਾਪਨਾ ਹੋਈ। ਕਿਸ ਨੇ ਕੀਤੀ? ਆਗਾ ਖਾਨ ਅਤੇ ਸਲੀਮ ਉੱਲਾ ਖਾਨ। ਠੀਕ ਹੈ ਜੀ, ਆਗਾ ਖਾਨ ਅਤੇ ਸਲੀਮ ਉੱਲਾ ਖਾਨ ਇਹਨਾਂ ਦੋਨਾਂ ਨੇ ਇਸ ਦੀ ਸਥਾਪਨਾ ਕੀਤੀ। ਕਿੱਥੇ ਕੀਤੀ? ਢਾਕਾ ਬੰਗਲਾਦੇਸ਼ ਦੇ ਵਿੱਚ। ਢਾਕਾ ਕੀ ਹੈ? ਬੰਗਲਾਦੇਸ਼ ਦੀ ਅੱਜ ਕੈਪੀਟਲ ਹੈ। ਠੀਕ ਹੈ ਜੀ, ਅਤੇ ਇਸ ਦਾ ਜੋ ਹੈੱਡਕੁਆਟਰ ਕਈ ਵਾਰੀ ਆਉਂਦਾ ਹੈ ਕਿ ਹੈੱਡਕੁਆਟਰ ਕਿੱਥੇ ਬਣਾਇਆ, ਉਹ ਸੀ ਲਖਨਊ ਦੇ ਵਿੱਚ। ਲਖਨਊ ਯੂਪੀ। ਕਾਮਾਗਾਟਾ ਮਾਰੂ ਦੀ ਘਟਨਾ ਹੇਠ ਲਿਖਿਆਂ ਵਿੱਚੋਂ ਕਦੋਂ ਹੋਈ? 1910 ਦੇ ਵਿੱਚ ਹੋਈ, 1912, 1914 ਜਾਂ 1917। ਠੀਕ ਹੈ, ਕਦੋਂ ਹੋਈ? ਆਪਸ਼ਨ ਨੰਬਰ 3 1914 ਵਿੱਚ ਹੋਈ। ਠੀਕ ਹੈ ਜੀ, ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਆਪਾਂ ਨੂੰ ਪਤਾ ਹੈ ਕਦੋਂ ਹੋਈ? 1914 ਵਿੱਚ ਹੋਈ। ਠੀਕ ਹੈ, ਇਹ ਕੀ ਸੀ? ਇੱਕ ਕਾਮਾਗਾਟਾ ਮਾਰੂ ਇੱਕ ਸਮੁੰਦਰੀ ਜਹਾਜ਼ ਸੀ। ਠੀਕ ਹੈ ਜੀ, ਸਮੁੰਦਰੀ ਜਹਾਜ਼ ਜੋ ਕਿ ਹਾਂਗਕਾਂਗ ਤੋਂ ਚੱਲਿਆ ਸੀ। ਕਿੱਥੋਂ ਚੱਲਿਆ ਸੀ? ਹਾਂਗਕਾਂਗ ਤੋਂ। ਕਿੱਥੇ ਜਾ ਰਿਹਾ ਸੀ? ਕੈਨੇਡਾ ਜਾ ਰਿਹਾ ਸੀ। ਠੀਕ ਹੈ ਜੀ, ਠੀਕ ਹੈ, ਇਸ ਦੇ ਵਿੱਚ ਕੌਣ ਸਨ? ਭਾਰਤੀ ਸਨ। ਇਹ ਜਹਾਜ਼ ਜੋ ਜਾਪਾਨ ਦੀ ਕੰਪਨੀ ਸੀ। ਠੀਕ ਹੈ, ਜਾਪਾਨ ਦੀ ਕੰਪਨੀ ਸੀ, ਉਸ ਤੋਂ ਲਿਆ ਗਿਆ ਸੀ ਕਿਰਾਏ ਦੇ ਉੱਪਰ। ਕਿਸ ਨੇ ਲਿਆ ਸੀ? ਗਿਆਨੀ ਗੁਰਦਿੱਤ ਸਿੰਘ। ਉਹਨਾਂ ਨੇ ਲਿਆ ਸੀ। ਠੀਕ ਹੈ ਜੀ, ਕਿੱਥੇ ਜਾ ਰਿਹਾ ਸੀ? ਕੈਨੇਡਾ ਜਾ ਰਿਹਾ ਸੀ। ਠੀਕ ਹੈ, ਪਰੰਤੂ ਜੋ ਇਸ ਜਹਾਜ਼ ਦੇ ਵਿੱਚ ਲੋਕ ਗਏ, ਠੀਕ ਹੈ, ਉਹਨਾਂ ਨੂੰ ਕੈਨੇਡਾ ਦੀ ਸਰਕਾਰ ਨੇ ਉੱਥੇ ਉਸ ਸ਼ਹਿਰ ਵਿੱਚ ਆਉਣ ਨਹੀਂ ਦਿੱਤਾ। ਠੀਕ ਹੈ, ਅਤੇ ਇਸ ਜਹਾਜ਼ ਨੂੰ ਵਾਪਸ ਮੋੜ ਦਿੱਤਾ। ਅਤੇ ਵਾਪਸ ਜਹਾਜ਼ ਕਿੱਥੇ ਆਇਆ? ਕਲਕੱਤਾ ਵਿੱਚ ਆਇਆ। ਠੀਕ ਹੈ, ਕਿੱਥੇ ਆਇਆ? ਕਲਕੱਤਾ ਵਿੱਚ। ਜੋ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਆਪਾਂ ਨੂੰ ਪਤਾ ਹੈ ਕਿ ਉਸ ਤੋਂ ਬਾਅਦ ਜੋ ਇਸ ਦੇ ਵਿੱਚ ਲੋਕ ਸਨ ਸਾਰੇ ਮਾਰੇ ਗਏ, ਜੋ ਕਿ ਬਹੁਤ ਜ਼ਿਆਦਾ ਉਸ ਟਾਈਮ ਦੀ ਦੁੱਖਦਾਈ ਘਟਨਾ ਸੀ। ਠੀਕ ਹੈ ਜੀ, ਗਦਰ ਪਾਰਟੀ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ? ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਜਾਂ ਲਾਲਾ ਲਾਜਪਤ ਰਾਏ। ਅਤੇ ਇਸ ਦਾ ਜੋ ਆਨਸਰ ਹੈ ਜੀ ਉਹ ਹੈ ਆਪਸ਼ਨ ਨੰਬਰ 1 ਲਾਲਾ ਹਰਦਿਆਲ। ਇਹਨਾਂ ਦੁਆਰਾ ਗਦਰ ਪਾਰਟੀ ਸੀ ਉਸ ਦੀ ਸਥਾਪਨਾ ਕੀਤੀ ਗਈ। ਕਦੋਂ ਕੀਤੀ ਗਈ? 1913 ਵਿੱਚ। ਕਿੱਥੇ? ਅਮਰੀਕਾ। ਇਸ ਦਾ ਹੈੱਡਕੁਆਟਰ ਸੀ ਅਮਰੀਕਾ ਸਨ ਫਰਾਂਸਿਸਕੋ ਵਿੱਚ। ਠੀਕ ਹੈ ਜੀ, ਹੈੱਡਕੁਆਟਰ ਕਿੱਥੇ ਸੀ? ਅਮਰੀਕਾ ਵਿੱਚ ਸਨ ਫਰਾਂਸਿਸਕੋ। ਠੀਕ ਹੈ, ਆਪਾਂ ਇਸ ਨੂੰ ਯਾਦ ਰੱਖਣਾ।
ਤੇ ਜੋ ਇਸ ਦੇ ਪਹਿਲੇ ਪ੍ਰਧਾਨ ਬਣੇ ਉਹ ਸਨ ਸੋਹਣ ਸਿੰਘ ਭਕਨਾ। ਪਹਿਲੇ ਪ੍ਰਧਾਨ ਕੌਣ ਬਣੇ? ਸੋਹਣ ਸਿੰਘ ਭਕਨਾ ਬਣੇ। ਠੀਕ ਹੈ ਜੀ। ਕਿਸਨੇ ਬਣਾਈ? ਲਾਲਾ ਹਰਦਿਆਲ ਨੇ। ਕਦੋਂ? 1913 ਦੇ ਵਿੱਚ। ਬੰਗਾਲ ਦੀ ਵੰਡ ਹੇਠ ਲਿਖਿਆਂ ਵਿੱਚੋਂ ਕਦੋਂ ਹੋਈ? 1910 ਵਿੱਚ ਹੋਈ, 1905, 1902 ਜਾਂ 1913। ਠੀਕ ਹੈ। ਬੰਗਾਲ ਦੀ ਵੰਡ ਹੋਈ 1905 ਵਿੱਚ, ਆਪਸ਼ਨ ਨੰਬਰ 2। ਠੀਕ ਹੈ। ਕਿਸਨੇ ਕੀਤੀ? ਲਾਰਡ ਕਰਜ਼ਨ ਨੇ। ਠੀਕ ਹੈ ਜੀ। ਕਿਸਨੇ ਕੀਤੀ? ਲਾਰਡ ਕਰਜ਼ਨ। ਇਹਨਾਂ ਨੇ ਬੰਗਾਲ ਦੀ ਵੰਡ ਕੀਤੀ। ਠੀਕ ਹੈ, ਜਿਹਨੂੰ ਬੰਗ ਭੰਗ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਇਤਿਹਾਸ ਵਿੱਚ ਇਸ ਘਟਨਾ ਨੂੰ ਕੀ ਕਿਹਾ ਗਿਆ? ਬੰਗ ਭੰਗ। ਠੀਕ ਹੈ। ਅਤੇ ਸੁਰਿੰਦਰ ਨਾਥ ਬੈਨਰਜੀ ਜੋ ਸਨ ਉਹਨਾਂ ਨੇ ਇਸ ਦਾ ਵਿਰੋਧ ਕੀਤਾ। ਠੀਕ ਹੈ। ਉਹਨਾਂ ਨੇ ਕੀ ਕੀਤਾ? ਜੋ ਅੰਦੋਲਨ ਸ਼ੁਰੂ ਹੋਇਆ ਉਸ ਟਾਈਮ 'ਤੇ ਇਸ ਦੇ ਵਿਰੋਧ ਦੇ ਵਿੱਚ, ਉਸ ਦੀ ਅਗਵਾਈ ਕਿਸਨੇ ਕੀਤੀ? ਸੁਰਿੰਦਰ ਨਾਥ ਬੈਨਰਜੀ ਨੇ ਕੀਤੀ। ਬੰਗਲਾਦੇਸ਼ ਦਾ ਰਾਸ਼ਟਰੀ ਗਾਨ ਕਿਸ ਦੇ ਦੁਆਰਾ ਲਿਖਿਆ ਗਿਆ? ਠੀਕ ਹੈ। ਬਹੁਤ ਜ਼ਿਆਦਾ ਇਹ ਇੰਪੋਰਟੈਂਟ ਪ੍ਰਸ਼ਨ ਹੈ। ਬੰਕਿਮ ਚੰਦਰ ਚੈਟਰਜੀ, ਸੁਰਿੰਦਰ ਨਾਥ ਬੈਨਰਜੀ, ਰਵਿੰਦਰਨਾਥ ਟੈਗੋਰ ਜਾਂ ਅਰਵਿੰਦ ਘੋਸ਼। ਠੀਕ ਹੈ। ਜੋ ਰਾਸ਼ਟਰੀ ਗਾਨ ਲਿਖਿਆ ਬੰਗਲਾਦੇਸ਼ ਦਾ, ਕਿਸਨੇ ਲਿਖਿਆ? ਰਵਿੰਦਰਨਾਥ ਟੈਗੋਰ, ਇਹਨਾਂ ਨੇ ਲਿਖਿਆ। ਠੀਕ ਹੈ ਜੀ। ਅਤੇ ਭਾਰਤ ਦਾ ਉਹ ਵੀ ਰਵਿੰਦਰਨਾਥ ਟੈਗੋਰ ਨੇ ਲਿਖਿਆ। ਠੀਕ ਹੈ। ਅਤੇ 1971 ਦੇ ਵਿੱਚ ਜਦੋਂ ਬੰਗਲਾਦੇਸ਼ ਪਾਕਿਸਤਾਨ ਤੋਂ ਅਲੱਗ ਹੋਇਆ, ਠੀਕ ਹੈ ਜੀ, ਲਿਬਰੇਟ ਹੋਇਆ, ਉਸ ਤੋਂ ਬਾਅਦ 1971 ਦੇ ਵਿੱਚ ਬੰਗਲਾਦੇਸ਼ ਨੇ ਜੋ ਆਪਣਾ ਰਾਸ਼ਟਰੀ ਗਾਨ ਕਿਸ ਨੂੰ ਬਣਾਇਆ? ਅਮਰ ਸੋਨਾਰ ਬੰਗਲਾ। ਅਮਰ ਸੋਨਾਰ ਬੰਗਲਾ। ਇਹ ਕਿਸ ਨੇ ਲਿਖਿਆ ਸੀ? ਰਵਿੰਦਰਨਾਥ ਟੈਗੋਰ ਨੇ ਲਿਖਿਆ ਸੀ। ਠੀਕ ਹੈ ਜੀ। ਜਿਵੇਂ ਭਾਰਤ ਦਾ ਹੈ ਜਨ ਗਣ ਮਨ, ਉਹ ਵੀ ਕਿਹਨਾਂ ਨੇ ਲਿਖਿਆ ਹੈ? ਰਵਿੰਦਰਨਾਥ ਟੈਗੋਰ ਨੇ ਲਿਖਿਆ ਹੈ। ਠੀਕ ਹੈ। ਭਾਰਤੀ ਨੈਸ਼ਨਲ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ? ਸਰੋਜਨੀ ਨਾਇਡੂ, ਐਨੀ ਬੇਸੈਂਟ, ਰਾਜਕੁਮਾਰੀ ਅੰਮ੍ਰਿਤਾ ਕੌਰ ਜਾਂ ਸੁਚੇਤਾ ਕ੍ਰਿਪਲਾਨੀ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 2, ਐਨੀ ਬੇਸੈਂਟ। ਠੀਕ ਹੈ। ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ? ਐਨੀ ਬੇਸੈਂਟ ਸੀ। ਠੀਕ ਹੈ। ਅਤੇ ਇਸ ਦੇ ਪਹਿਲੇ ਪ੍ਰੈਸੀਡੈਂਟ ਕੌਣ ਸਨ? ਬੰਮੇਸ਼ ਚੰਦਰ। ਪਹਿਲੇ ਪ੍ਰੈਸੀਡੈਂਟ ਬੰਮੇਸ਼ ਚੰਦਰ। ਪਹਿਲੇ ਮੁਸਲਿਮ ਪ੍ਰੈਸੀਡੈਂਟ ਬਦਰੁਦੀਨ ਤਾਇਬ। ਠੀਕ ਹੈ ਜੀ। ਬਦਰੁਦੀਨ ਤਾਇਬ ਪਹਿਲੇ ਮੁਸਲਿਮ ਪ੍ਰੈਸੀਡੈਂਟ ਸਨ। ਠੀਕ ਹੈ। ਅਤੇ ਜੋ ਆਪਸ਼ਨ ਨੰਬਰ 1 ਹੈ ਸਰੋਜਨੀ ਨਾਇਡੂ, ਇਹਨਾਂ ਨੂੰ ਭਾਰਤ ਦੀ ਬੁਲਬੁਲ ਵੀ ਕਿਹਾ ਗਿਆ। ਠੀਕ ਹੈ। ਭਾਰਤ ਦੀ ਬੁਲਬੁਲ ਕਿਸ ਨੂੰ ਕਿਹਾ ਗਿਆ? ਸਰੋਜਨੀ ਨਾਇਡੂ ਨੂੰ ਕਿਹਾ ਗਿਆ। ਠੀਕ ਹੈ ਜੀ। ਭਾਰਤੀ ਨੈਸ਼ਨਲ ਕਾਂਗਰਸ ਦੀ ਪਹਿਲੀ ਮੀਟਿੰਗ ਕਿਸ ਜਗ੍ਹਾ ਆਯੋਜਿਤ ਹੋਈ? ਅਹਿਮਦਾਬਾਦ, ਦਿੱਲੀ, ਕਲਕੱਤਾ ਜਾਂ ਬੰਬਈ। ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 4, ਬੰਬਈ। ਇਹ ਮੀਟਿੰਗ ਕਿੱਥੇ ਅਰੇਂਜ ਹੋਈ? ਬੰਬਈ ਵਿੱਚ ਹੋਈ। ਠੀਕ ਹੈ। ਅਤੇ ਇਸ ਦੀ ਪ੍ਰਧਾਨਗੀ ਇਸ ਦੇ ਜੋ ਪ੍ਰੈਜ਼ੀਡੈਂਟ ਸਨ ਪਹਿਲੇ ਕਿਸਨੇ ਕੀਤੀ? ਬੰਮੇਸ਼ ਚੰਦਰ ਬੈਨਰਜੀ ਨੇ ਕੀਤੀ। ਕਿੰਨੇ ਲੋਕਾਂ ਨੇ ਹਿੱਸਾ ਲਿਆ? 72 ਲੋਕਾਂ ਨੇ। ਠੀਕ ਹੈ। ਪਹਿਲੀ ਮੀਟਿੰਗ ਦੇ ਵਿੱਚ ਇੰਪੋਰਟੈਂਟ ਗੱਲ ਹੈ, ਇੰਪੋਰਟੈਂਟ ਫੈਕਟ ਹੈ, ਯਾਦ ਰੱਖਣਾ ਹੈ। ਕਿੰਨੇ ਲੋਕਾਂ ਨੇ ਹਿੱਸਾ ਲਿਆ? 72 ਲੋਕਾਂ ਨੇ। ਠੀਕ ਹੈ। ਨੈਸ਼ਨਲ ਕਾਂਗਰਸ ਦਾ ਪਹਿਲਾ ਅੰਗਰੇਜ਼ ਪ੍ਰਧਾਨ ਕੌਣ ਬਣਿਆ? ਜਾਰਜ ਯੂਲ, ਐਨੀ ਬੇਸੈਂਟ, ਰਾਬਰਟ ਕਲਾਈਵ ਜਾਂ ਉਪਰੋਕਤ ਕੋਈ ਨਹੀਂ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 1, ਜਾਰਜ ਯੂਲ। ਠੀਕ ਹੈ। ਪਹਿਲੇ ਅੰਗਰੇਜ਼ ਪ੍ਰਧਾਨ ਕੌਣ ਬਣੇ? ਜਾਰਜ ਯੂਲ ਬਣੇ। ਅਤੇ ਪਹਿਲੀ ਮਹਿਲਾ ਪ੍ਰਧਾਨ ਐਨੀ ਬੇਸੈਂਟ। ਠੀਕ ਹੈ। ਪਹਿਲੇ ਮੁਸਲਿਮ ਪ੍ਰਧਾਨ ਬਦਰੁਦੀਨ ਤਾਇਬ। ਭਾਰਤੀ ਨੈਸ਼ਨਲ ਕਾਂਗਰਸ ਦੀ ਸਥਾਪਨਾ ਦੇ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ? ਲਾਰਡ ਕਰਜ਼ਨ, ਲਾਰਡ ਕੈਨਿੰਗ, ਲਾਰਡ ਡਫਰਿਨ ਜਾਂ ਲਾਰਡ ਡਲਹੌਜ਼ੀ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਨੰਬਰ 3, ਲਾਰਡ ਡਫਰਿਨ। ਠੀਕ ਹੈ। ਜਦੋਂ ਕਾਂਗਰਸ ਬਣੀ ਕਦੋਂ? 1885 ਦੇ ਵਿੱਚ। ਉਸ ਟਾਈਮ 'ਤੇ ਭਾਰਤ ਦਾ ਜੋ ਵਾਇਸਰਾਏ ਸੀ ਉਹ ਸੀ ਲਾਰਡ ਡਫਰਿਨ। ਠੀਕ ਹੈ ਜੀ। ਅਤੇ 1857 ਦਾ ਵਿਦਰੋਹ ਹੋਇਆ। ਠੀਕ ਹੈ। ਜਦੋਂ 1857 ਦਾ ਵਿਦਰੋਹ ਹੋਇਆ
ਉਸ ਟਾਈਮ 'ਤੇ ਕੌਣ ਸੀ? ਲਾਰਡ ਕੈਨਿੰਗ ਸੀ। ਠੀਕ ਹੈ ਜੀ। ਅਤੇ ਲਾਰਡ ਡਲਹੌਜ਼ੀ, ਇਹਨਾਂ ਦਾ ਕਾਰਜਕਾਲ ਆਪਾਂ ਨੂੰ ਪਤਾ ਹੈ 1848 ਤੋਂ ਲੈ ਕੇ 56 ਤੱਕ ਦਾ ਕਾਰਜਕਾਲ ਇਹਨਾਂ ਦਾ ਹੈ। ਠੀਕ ਹੈ ਜੀ। ਅਤੇ ਲਾਰਡ ਕਰਜ਼ਨ ਨੇ, ਇਹ ਆਪਾਂ ਨੂੰ ਪਤਾ ਹੈ ਬੰਗਾਲ ਵੰਡ ਜਦੋਂ ਹੋਈ 1905 ਦੇ ਵਿੱਚ, ਇਹਨਾਂ ਨੇ ਕੀਤੀ। ਠੀਕ ਹੈ। ਇਹ ਸਾਰੇ ਫੈਕਟ ਤੁਹਾਨੂੰ ਯਾਦ ਹੋ ਗਏ ਹੋਣਗੇ। ਤਾਂ ਆਪਾਂ ਕੀ ਕਰਦੇ ਹਾਂ, ਇੱਕ ਵਾਰ ਇਹਨਾਂ ਸਾਰੇ ਪ੍ਰਸ਼ਨਾਂ ਦੀ ਕੁਇਕ ਰਿਵੀਜ਼ਨ ਲੈ ਲੈਂਦੇ ਹਾਂ ਤਾਂ ਕਿ ਤੁਹਾਨੂੰ ਆਸਾਨੀ ਦੇ ਨਾਲ ਸਾਰੇ ਪ੍ਰਸ਼ਨ ਯਾਦ ਹੋ ਜਾਣ। ਠੀਕ ਹੈ ਜੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ? ਠੀਕ ਹੈ। ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4, ਸੈਯਦ ਅਹਿਮਦ ਖਾਨ। ਠੀਕ ਹੈ। ਇਹਨਾਂ ਨੇ ਕੀ ਕੀਤੀ? ਮੁਸਲਿਮ ਅਲੀਗੜ੍ਹ ਯੂਨੀਵਰਸਿਟੀ ਹੈ ਉਸ ਦੀ ਸਥਾਪਨਾ ਕੀਤੀ। ਆਧੁਨਿਕ ਭਾਰਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਇਸ ਦਾ ਜੋ ਆਨਸਰ ਹੈ ਜੀ ਆਪਸ਼ਨ ਨੰਬਰ 4, ਰਾਜਾ ਰਾਮ ਮੋਹਨ ਰਾਏ। ਕੂਕਾ ਅੰਦੋਲਨ ਦਾ ਆਰੰਭ ਕਿਸ ਦੇ ਦੁਆਰਾ ਕੀਤਾ ਗਿਆ? ਕਿਸ ਦੇ ਦੁਆਰਾ ਕੀਤਾ ਗਿਆ ਜੀ? ਬਾਬਾ ਰਾਮ ਸਿੰਘ, ਆਪਸ਼ਨ ਨੰਬਰ 2। ਭਾਰਤੀ ਕਿਸਾਨ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? ਠੀਕ ਹੈ। ਭਾਰਤੀ ਕਿਸਾਨ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? ਇਸ ਦਾ ਜੋ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4, 1936 ਵਿੱਚ ਕੀਤੀ ਗਈ। ਪਹਿਲਾ ਭਾਰਤੀ ਫੈਕਟਰੀ ਐਕਟ ਕਿਸ ਦੇ ਦੁਆਰਾ ਪਾਸ ਕੀਤਾ ਗਿਆ? ਕਿਸ ਦੇ ਦੁਆਰਾ ਪਾਸ ਕੀਤਾ ਗਿਆ? ਆਪਸ਼ਨ ਨੰਬਰ 4, ਲਾਰਡ ਰਿਪਨ ਦੁਆਰਾ 1881। ਠੀਕ ਹੈ ਜੀ, 1881 ਵਿੱਚ। ਅਕਾਲੀ ਅੰਦੋਲਨ ਦੀ ਸ਼ੁਰੂਆਤ ਕਦੋਂ ਹੋਈ? ਠੀਕ ਹੈ। ਅਕਾਲੀ ਅੰਦੋਲਨ ਦੀ ਸ਼ੁਰੂਆਤ, ਇਸ ਦਾ ਜੋ ਆਨਸਰ ਹੈ ਜੀ ਉਹ ਹੈ ਆਪਸ਼ਨ ਨੰਬਰ 1, 1921 ਵਿੱਚ। 1921 ਵਿੱਚ ਹੋਈ। ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ? ਨੈਸ਼ਨਲ ਕਾਂਗਰਸ ਦੀ ਸਥਾਪਨਾ A.O. ਹਿਊਮ ਦੁਆਰਾ ਕੀਤੀ ਗਈ। ਆਪਸ਼ਨ ਨੰਬਰ 2। ਠੀਕ ਹੈ ਜੀ, ਐਲਨ ਓਕਟੇਵੀਅਨ ਹਿਊਮ। ਨੈਸ਼ਨਲ ਕਾਂਗਰਸ ਦੀ ਦੂਸਰੀ ਮੀਟਿੰਗ ਦੀ ਪ੍ਰਧਾਨਗੀ ਕਿਸ ਦੇ ਦੁਆਰਾ ਕੀਤੀ ਗਈ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3, ਦਾਦਾ ਭਾਈ ਨਰੋਜੀ ਦੇ ਦੁਆਰਾ। ਭਾਰਤੀ ਐਸੋਸੀਏਸ਼ਨ ਦੀ ਸਥਾਪਨਾ ਕਿਸ ਨੇ ਕੀਤੀ? ਭਾਰਤੀ ਐਸੋਸੀਏਸ਼ਨ ਦੀ ਸਥਾਪਨਾ ਆਪਸ਼ਨ ਨੰਬਰ 1, ਸੁਰਿੰਦਰਨਾਥ ਬੈਨਰਜੀ ਨੇ ਕੀਤੀ। ਨੈਸ਼ਨਲ ਕਾਂਗਰਸ ਦਾ ਪਹਿਲਾ ਮੁਸਲਿਮ ਪ੍ਰਧਾਨ ਕੌਣ ਸੀ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2, ਬਦਰੁਦੀਨ ਤਾਇਬ। ਆਨੰਦ ਮੱਠ ਦੀ ਰਚਨਾ ਕਿਸ ਭਾਰਤੀ ਵਿਦਵਾਨ ਨੇ ਕੀਤੀ? ਕਿਸ ਨੇ ਕੀਤੀ? ਆਪਸ਼ਨ ਨੰਬਰ 4, ਬੰਕਿਮ ਚੰਦਰ ਚੈਟਰਜੀ, ਇਹਨਾਂ ਨੇ ਕੀਤੀ। ਮੁਸਲਿਮ ਲੀਗ ਦੀ ਸਥਾਪਨਾ ਕਦੋਂ ਕੀਤੀ ਗਈ? ਠੀਕ ਹੈ ਜੀ, ਇਸ ਦਾ ਜੋ ਰਾਈਟ ਆਨਸਰ ਹੈ 1906, ਆਪਸ਼ਨ ਨੰਬਰ 3। ਕਾਮਾਗਾਟਾ ਮਰੂ ਦੀ ਘਟਨਾ ਹੇਠ ਲਿਖਿਆਂ ਵਿੱਚੋਂ ਕਦੋਂ ਹੋਈ? ਠੀਕ ਹੈ ਜੀ, ਕਾਮਾਗਾਟਾ ਮਰੂ ਦੀ ਘਟਨਾ ਕਦੋਂ ਹੋਈ? 1914 ਵਿੱਚ ਹੋਈ। ਆਪਸ਼ਨ ਨੰਬਰ 3। ਗਦਰ ਪਾਰਟੀ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ? ਠੀਕ ਹੈ ਜੀ, ਗਦਰ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ? ਆਪਸ਼ਨ ਨੰਬਰ 1, ਲਾਲਾ ਹਰਦਿਆਲ। ਠੀਕ ਹੈ, ਇਹਨਾਂ ਨੇ ਕੀਤੀ। ਅਤੇ ਪਹਿਲੇ ਪ੍ਰੈਜ਼ੀਡੈਂਟ ਕੌਣ ਬਣੇ? ਸੋਹਣ ਸਿੰਘ ਭਕਨਾ ਬਣੇ। ਬੰਗਾਲ ਦੀ ਹੇਠ ਲਿਖਿਆਂ ਵਿੱਚੋਂ ਕਦੋਂ ਹੋਈ? ਠੀਕ ਹੈ, ਕਦੋਂ ਹੋਈ? 1905, ਆਪਸ਼ਨ ਨੰਬਰ 2। ਬੰਗਲਾਦੇਸ਼ ਦਾ ਰਾਸ਼ਟਰੀ ਗਾਣਾ ਕਿਸ ਦੇ ਦੁਆਰਾ ਲਿਖਿਆ ਗਿਆ? ਠੀਕ ਹੈ, ਕਿਸ ਦੇ ਦੁਆਰਾ ਲਿਖਿਆ ਗਿਆ? ਜਿਨ੍ਹਾਂ ਨੇ ਭਾਰਤ ਦਾ ਵੀ ਲਿਖਿਆ ਹੈ। ਕਿਸ ਨੇ? ਰਵਿੰਦਰਨਾਥ ਟੈਗੋਰ। ਠੀਕ ਹੈ, ਆਪਸ਼ਨ ਨੰਬਰ 3। ਭਾਰਤੀ ਨੈਸ਼ਨਲ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ? ਕੌਣ ਸੀ? ਆਪਸ਼ਨ ਨੰਬਰ 2, ਐਨੀ ਬੇਸੈਂਟ। ਠੀਕ ਹੈ ਜੀ। ਭਾਰਤੀ ਨੈਸ਼ਨਲ ਕਾਂਗਰਸ ਦੀ ਪਹਿਲੀ ਮੀਟਿੰਗ ਕਿਸ ਜਗ੍ਹਾ ਆਯੋਜਿਤ ਹੋਈ? ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 4, ਬੰਬਈ। ਠੀਕ ਹੈ, ਕਿੱਥੇ ਅਰੇਂਜ ਹੋਈ? ਬੰਬਈ ਵਿੱਚ ਮੀਟਿੰਗ ਹੋਈ। ਨੈਸ਼ਨਲ ਕਾਂਗਰਸ ਦਾ ਪਹਿਲਾ ਅੰਗਰੇਜ਼ ਪ੍ਰਧਾਨ ਕੌਣ ਸੀ? ਠੀਕ ਹੈ, ਕੌਣ ਸੀ? ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 1, ਜਾਰਜ ਯੂਲ। ਠੀਕ ਹੈ ਜੀ। ਭਾਰਤੀ ਨੈਸ਼ਨਲ ਕਾਂਗਰਸ ਦੀ ਸਥਾਪਨਾ ਦੇ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ? ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 3, ਲਾਰਡ ਡਫਰਿਨ। ਠੀਕ ਹੈ,
ਇਹ ਸਨ ਭਾਰਤੀ ਨੈਸ਼ਨਲ ਕਾਂਗਰਸ ਦਾ। ਉਸ ਦੇ ਸਮੇਂ ਜੋ ਵਾਇਸਰਾਏ ਸਨ ਭਾਰਤ ਦੇ ਉਹ ਸਨ ਲਾਰਡ ਡਫਰਿਨ। ਠੀਕ ਹੈ ਜੀ। ਆਈ ਹੋਪ ਤੁਹਾਨੂੰ ਸਾਰੇ ਪ੍ਰਸ਼ਨਾਂ ਦੀ ਸਮਝ ਲੱਗੀ ਹੋਵੇਗੀ। ਤੁਸੀਂ ਇਹਨਾਂ ਨੂੰ ਵਾਰ-ਵਾਰ ਰਿਵੀਜ਼ਨ ਕਰਨਾ ਅਤੇ ਇਸ ਦੀ PDF ਤੁਹਾਨੂੰ ਸਾਡੇ ਜੋ WhatsApp ਚੈਨਲ ਹੈ, WhatsApp ਲਿੰਕ ਹੈ, ਠੀਕ ਹੈ ਜੀ, ਉਸ 'ਤੇ ਜੋ ਟੈਲੀਗ੍ਰਾਮ 'ਚ ਚੈਨਲ ਹੈ ਉਸ 'ਤੇ ਮਿਲ ਜਾਏਗੀ। ਠੀਕ ਹੈ ਜੀ। ਅਤੇ ਸਟੂਡੈਂਟਸ ਤੁਹਾਡੀ ਕੋਈ ਕੰਪਲੇਂਟ ਜਾਂ ਐਡਵਾਈਸ ਹੋਵੇ ਤੁਸੀਂ ਉਸਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ। ਤਾਂ ਠੀਕ ਹੈ ਜੀ ਸਟੂਡੈਂਟਸ, ਅਸੀਂ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ। ਗੁੱਡ ਬਾਏ ਸਟੂਡੈਂਟਸ, ਟੇਕ ਕੇਅਰ।